जीएनओ प्यारे विद्यार्थियों, पंजाब स्टेट एजुकेशन बोर्ड की 9वीं जमात की अंग्रेजी की किताब इंग्लिश ग्रामर उसका लैसन नंबर 2 मॉडल्स उसकी दो एक्सरसाइज 10 एंड 11 इस वीडियो में करन जा रहे हैं। सो पेन नोटबुक ले लो तो सारे आंसर्स ਨੂੰ ਨੋਟ ਡਾਊਨ कर लो, पर बाद ਵਿੱਚੋਂ ਇਹ ਸਾਰਿਆਂ ਨੂੰ ਆਪ ਬਿਨਾਂ ਦੇਖੇ ਕਰਨ ਦਾ ਅਭਿਆਸ ਤੁਸੀਂ ਜ਼ਰੂਰ ਕਰਨਾ ਹੈ। ਸੋ ਆਓ ਸ਼ੁਰੂ ਕਰੀਏ। ਇਸੇ ਚੈਨਲ ਦੇ ਉੱਤੇ ਪਿਆਰੇ ਵਿਦਿਆਰਥੀਓ 5 ਪਲੇਲਿਸਟਾਂ 9ਵੀਂ ਜਮਾਤ ਦੇ ਨਾਲ ਸੰਬੰਧਿਤ ਹੋਰ ਵੀ ਹੈਗੀਆਂ ਨੇ, ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। ਇੱਕ ਹੈਗੀ ਹੈ 9th ਇੰਗਲਿਸ਼ MCB ਮੇਨ ਕੋਰਸ ਬੁੱਕ, ਦੂਜੀ ਹੈ 9th ਇੰਗਲਿਸ਼ ਸਪਲੀਮੈਂਟਰੀ, ਤੀਜੀ ਹੈ 9th ਸਾਇੰਸ ਜਿਸ ਸਾਇੰਸ ਦੇ ਕਿਤਾਬ ਦੇ ਤੁਹਾਡੇ ਸਾਰੇ ਸਵਾਲ ਤੇ ਨੋਟਸ ਹੈਗੇ ਨੇ। 9th ਮੈਥ ਜਿਸ 9th ਦੀ ਮੈਥ ਦੀ ਕਿਤਾਬ ਸਾਰੀ ਹੱਲ ਕਰਕੇ ਪਾਈ ਗਈ ਹੈ, ਤੇ ਪੰਜਵੀਂ ਹੈਗੀ 9th ਮੈਥ ਨੋਟਸ ਜਿਹਦੇ ਵਿੱਚ ਮੈਥ ਦੇ ਸਿਧਾਂਤ ਜਿਹੜੇ ਨੇ ਸਾਰੇ ਉਹ ਸਮਝਾਏ ਗਏ ਨੇ। ਜੇ ਤੁਸੀਂ ਉਹ ਵੀਡੀਓਜ਼ ਨੂੰ ਦੇਖੋ ਔਰ ਸਮਝੋ ਤੇ ਤੁਹਾਡੇ ਲਈ ਸਵਾਲ ਕਰਨੇ ਤੇ ਕੀਤੇ ਹੋਏ ਸਵਾਲ ਸਮਝਣੇ ਬੜੇ ਸੌਖੇ ਹੋ ਜਾਣਗੇ। ਸੋ ਆਓ ਸ਼ੁਰੂ ਕਰੀਏ। ਐਕਸਰਸਾਈਜ਼ ਨੰਬਰ 10, ਫਿਲ ਇਨ ਦੀ ਬਲੈਂਕਸ ਵਿਦ ਐਪਰੋਪ੍ਰੀਏਟ ਮੋਡਲਸ, ਅਰਥਾਤ ਢੁਕਵੇਂ ਮੋਡਲਸ ਦੇ ਨਾਲ ਖਾਲੀ ਸਥਾਨ ਭਰੋ। ਸੋ ਪਹਿਲੇ ਚ ਆਏਗਾ ਯੂ ਮਸਟ ਕਲੀਨ ਯੋਰ ਟੀਥ ਐਵਰੀ ਮਾਰਨਿੰਗ, ਤੁਹਾਨੂੰ ਆਪਣੇ ਦੰਦ ਰੋਜ਼ ਸਵੇਰੇ ਸਾਫ਼ ਕਰਨੇ ਚਾਹੀਦੇ ਹਨ। ਮਸਟ ਤਾਂ ਆਇਆ ਕਿਉਂਕਿ ਡਿਊਟੀ ਓਬਲੀਗੇਸ਼ਨ ਦੇ ਨਾਲ ਮਸਟ ਉੱਥੇ ਵਰਤਿਆ ਜਾਂਦਾ ਜਿੱਥੇ ਕੋਈ ਸਲਾਹ ਦੇਣੀ ਹੋਵੇ ਜਾਂ ਕੋਈ ਜ਼ਰੂਰੀ ਗੱਲ ਜ਼ੋਰ ਦੇ ਕੇ ਕਹਿਣੀ ਹੋਵੇ। ਸੋ ਇਹ ਜ਼ਰੂਰੀ ਗੱਲ ਹੈ ਔਰ ਇਹ ਮੈਡੀਕਲ ਡਾਕਟਰੀ ਸਲਾਹ ਦੇ ਤੌਰ ਤੇ ਵੀ ਹੈ, ਇਸ ਕਰਕੇ ਮਸਟ ਵਰਤਿਆ ਗਿਆ। ਸੋ ਯੂ ਮਸਟ ਕਲੀਨ ਯੋਰ ਟੀਥ ਐਵਰੀ ਮਾਰਨਿੰਗ, ਠੀਕ ਹੈ। ਫਿਰ ਕੈਨ ਯੂ ਫਿਨਿਸ਼ ਦਿਸ ਵਰਕ ਇਨ 2 ਆਵਰਸ, ਇਹ ਬੜਾ ਸਿੰਪਲ ਸੈਂਟੈਂਸ ਹੈ, ਇੰਟੈਰੋਗੇਟਿਵ ਹੈਗਾ, ਸਵਾਲੀਆ ਸੈਂਟੈਂਸ ਹੈਗਾ, ਪ੍ਰਸ਼ਨਵਾਚਕ ਹੈਗਾ। ਤੇ ਕੈਨ ਸਮਰੱਥਾ ਦਰਸਾਉਂਦਾ ਹੈ, ਫਿਨਿਸ਼ ਮੈਨੇ ਪੂਰਾ ਕਰ ਸਕਦੇ ਹੋ ਇਨ 2 ਆਵਰਸ 2 ਘੰਟਿਆਂ ਵਿੱਚ, ਅਰਥਾਤ ਕੀ ਤੁਸੀਂ ਇਸ ਕੰਮ ਨੂੰ 2 ਘੰਟਿਆਂ ਵਿੱਚ ਪੂਰਾ ਕਰ ਸਕਦੇ ਹੋ। ਸੋ ਕਰ ਸਕਦੇ ਹੋ ਸਮਰੱਥਾ ਦੀ ਗੱਲ ਹੈ, ਸੋ ਸਪਸ਼ਟ ਤੌਰ ਤੇ ਇੱਥੇ ਕੈਨ ਆਏਗਾ। ਕੈਨ ਯੂ ਫਿਨਿਸ਼ ਦਿਸ ਵਰਕ ਇਨ 2 ਆਵਰਸ, ਅਰਥਾਤ ਕਿ ਤੁਹਾਡੇ ਵਿੱਚ ਇਹ ਸਮਰੱਥਾ ਹੈ ਕਿ ਤੁਸੀਂ ਇਸ ਕੰਮ ਨੂੰ 2 ਘੰਟਿਆਂ 'ਚ ਪੂਰਾ ਕਰ ਸਕੋ, ਠੀਕ ਹੈ, ਇਸ ਕਰਕੇ ਕੈਨ ਆਇਆ। ਫਿਰ ਆਇਆ ਇਟ ਮਾਈਟ ਰੇਨ ਟੂਡੇ, ਇਹਨਾਂ ਨੇ ਹਿੰਟ ਦੇਤੀ ਵੈਰੀ ਲਿਟਲ ਪੋਸੀਬਿਲਿਟੀ। ਜੇ ਲਿਖਿਆ ਹੁੰਦਾ ਲਿਟਲ ਪੋਸੀਬਿਲਿਟੀ ਜਾਂ ਫਿਰ ਅਸੀਂ ਕਹਿਣਾ ਸੀ ਇਟ ਮੇ ਰੇਨ ਟੂਡੇ, ਪਰ ਇਹਨੇ ਲਿਖਿਆ ਵੈਰੀ ਲਿਟਲ ਪੋਸੀਬਿਲਿਟੀ, ਬਹੁਤ ਘੱਟ ਸੰਭਾਵਨਾ ਹੈ। ਸੋ ਅਸੀਂ ਕਹਾਂਗੇ ਇਟ ਮਾਈਟ ਰੇਨ ਟੂਡੇ, ਸ਼ਾਇਦ ਅੱਜ ਮੀਂਹ ਪੈ ਜਾਵੇ, ਠੀਕ ਹੈ ਨਾ। ਇਹ ਕਿੱਦਾਂ ਕਹਿਣਾ ਸ਼ਾਇਦ ਅੱਜ ਮੀਂਹ ਪੈ ਜਾਵੇ, ਇਹ ਕਿੱਦਾਂ ਕਹਿਣਾ ਸ਼ਾਇਦ ਮੀਂਹ ਪਵੇ। ਸੋ ਫਰਕ ਪੈ ਜਾਂਦਾ ਹੈ, ਸ਼ਾਇਦ ਥੋੜ੍ਹਾ ਹੋ ਜਾਂਦਾ ਬਹੁਤ ਘੱਟ ਸੰਭਾਵਨਾ, ਸੋ ਤਦ ਅਸੀਂ ਮਾਈਟ ਵਰਤਦੇ ਹਾਂ ਜਦੋਂ ਸੰਭਾਵਨਾ ਬੜੀ ਘੱਟ ਹੋਵੇ, ਠੀਕ ਹੈ। ਦਿਸ ਬਾਕਸ ਇਜ਼ ਵੈਰੀ ਹੈਵੀ, ਇਹ ਡੱਬਾ ਬੜਾ ਭਾਰਾ ਹੈ। ਆਈ ਕੈਨ ਨਾਟ ਲਿਫਟ ਇਟ, ਲਿਫਟ ਮੈਨੇ ਚੁੱਕਣਾ, ਮੈਂ ਇਹਨੂੰ ਨਹੀਂ ਚੁੱਕ ਸਕਦਾ, ਇਹ ਮੇਰੀ ਸਮਰੱਥਾ ਤੋਂ ਬਾਹਰ ਹੈ। ਸੋ ਇੱਥੇ ਕੈਨ ਆਏਗਾ। ਦਿਸ ਬਾਕਸ ਇਜ਼ ਵੈਰੀ ਹੈਵੀ, ਇਹ ਡੱਬਾ ਬੜਾ ਭਾਰਾ ਹੈ। ਆਈ ਕੈਨ ਨਾਟ ਲਿਫਟ ਇਟ, ਮੈਂ ਇਹਨੂੰ ਨਹੀਂ ਚੱਕ ਸਕਦਾ। ਪੰਜਵੇਂ ਤੇ ਮੇ ਆਏਗਾ ਕਿਉਂਕਿ ਇੱਥੇ ਐਕਸਕਲੇਮੇਸ਼ਨ ਮਾਰਕ ਹੈ, ਤੇ ਤੁਹਾਨੂੰ ਪਹਿਲੇ ਵੀ ਦੱਸਿਆ ਇਹ ਪਹਿਲੀ ਐਕਸਰਸਾਈਜ਼ਾਂ ਵਿੱਚ ਵੀ ਆਏ ਸੀ ਉਦਾਹਰਣ, ਜਦੋਂ ਕਿਸੇ ਨੂੰ ਸ਼ੁਭ ਕਾਮਨਾਵਾਂ ਦੇਣੀਆਂ ਹੋਣ, ਅਸੀਸਾਂ ਦੇਣੀਆਂ ਹੋਣ, ਆਸ਼ੀਰਵਾਦ ਦੇਣਾ ਹੋਵੇ, ਹਨਾ, ਫਿਰ ਅਸੀਂ ਮੇ ਵਰਤਦੇ ਹਾਂ। ਸੋ ਮੇ ਹਿਜ਼ ਸੋਲ ਰੈਸਟ ਇਨ ਪੀਸ, ਕਿਸੇ ਲਈ ਅਰਦਾਸ ਕਰਨੀ ਹੋਵੇ, ਰੱਬ ਕਰੇ ਜਿੱਦਾਂ ਅਸੀਂ ਕਹਿੰਦੇ ਵੀ ਉਹਦੀ ਆਤਮਾ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਨਿਵਾਸ ਬਖਸ਼ੋ ਜੀ, ਹਨਾ, ਜਾਂ ਉਹਦੀ ਆਤਮਾ ਰੈਸਟ ਇਨ ਪੀਸ, ਮਤਲਬ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ। ਮੇ ਹਿਜ਼ ਸੋਲ ਰੈਸਟ ਇਨ ਪੀਸ, ਐਕਸਕਲੇਮੇਸ਼ਨ ਮਾਰ ਕੇ ਸੋ ਮੇ ਆਏਗਾ, ਠੀਕ ਹੈ। ਯੂ ਸ਼ੁੱਡ ਟੇਕ ਅ ਟੈਕਸੀ, ਮਤਲਬ ਕਿ ਇੱਕ ਸਲਾਹ ਹੈ ਜਾਂ ਜਿਸ ਤਰ੍ਹਾਂ ਕਹ ਲਓ ਕਿ ਨੈਸੈਸਿਟੀ ਹੈ, ਲੋੜ ਹੈ, ਠੀਕ ਹੈ ਨਾ। ਜਿਹੜਾ ਸ਼ੁੱਡ ਹੈ ਲੋੜ ਲਈ ਵੀ ਵਰਤਿਆ ਜਾਂਦਾ ਹੈ, ਡਿਊਟੀ ਲਈ ਵੀ ਵਰਤਿਆ ਜਾਂਦਾ, ਓਬਲੀਗੇਸ਼ਨ ਲਈ ਵੀ ਵਰਤਿਆ ਜਾਂਦਾ ਹੈ, ਫਰਜ਼ ਲਈ ਵਰਤਿਆ ਜਾਂਦਾ ਹੈ। ਸੋ ਨੈਸੈਸਿਟੀ ਕੀ ਹੈ, ਯੂ ਸ਼ੁੱਡ ਟੇਕ ਅ ਟੈਕਸੀ, ਵੀ ਤੁਹਾਨੂੰ ਟੈਕਸੀ ਲੈਣੀ ਚਾਹੀਦੀ ਹੈ। ਔਰ ਯੂ ਵਿਲ ਮਿਸ ਦਾ ਟ੍ਰੇਨ, ਨਹੀਂ ਤੇ ਤੁਹਾਡੀ ਟ੍ਰੇਨ ਖੁੰਝ ਜਾਏਗੀ, ਨਹੀਂ ਤੇ ਤੁਸੀਂ ਟ੍ਰੇਨ ਖੁੰਝਾ ਬੈਠੋਗੇ, ਲੇਟ ਹੋ ਜਾਓਗੇ। ਸੋ ਯੂ ਸ਼ੁੱਡ ਟੇਕ ਅ ਟੈਕਸੀ, ਵੀ ਬੱਸ ਤੇ ਨਾ ਜਾਓ ਜਾਂ ਹੋਰ ਕੋਈ ਸਾਧਨ ਨਾ ਵਰਤੋ, ਟੈਕਸੀ ਲੈ ਲਓ, ਉਹ ਨਾਨ ਸਟਾਪ ਜਾਏਗੀ। ਜੇ ਕੋਈ ਬੱਸ ਫੜੋਗੇ ਤਾਂ ਰਾਹ 'ਚ ਰੁਕਦੀ ਜਾਏਗੀ ਤੇ ਤੁਸੀਂ ਲੇਟ ਹੋ ਜਾਓਗੇ, ਐਂਡ ਯੂ ਵਿਲ ਮਿਸ ਦਾ ਟ੍ਰੇਨ, ਤੇ ਤੁਹਾਡੀ ਟ੍ਰੇਨ ਖੁੰਝ ਜਾਏਗੀ। ਯੂ ਸ਼ੁੱਡ ਟੇਕ ਅ ਟੈਕਸੀ, ਠੀਕ ਹੈ। ਫਿਰ ਅੱਗੇ ਆ ਗਿਆ ਦੀ ਡਾਕਟਰ ਸੇਜ਼ ਦੈਟ, ਡਾਕਟਰ ਕਹਿੰਦਾ ਹੈ, ਇਹ ਦੇਖੋ ਵਰਤਮਾਨ ਕਾਲ ਹੈ, ਇਸ ਕਰਕੇ ਆਈ ਕੈਨ ਈਟ ਐਨੀਥਿੰਗ ਆਈ ਲਾਈਕ, ਮਤਲਬ ਕਿ ਹੁਣ ਮੇਰੀ ਮਰਜ਼ੀ ਹੈ ਵੀ ਮੈਨੂੰ ਪਰਮਿਸ਼ਨ ਮਿਲ ਗਈ ਹੈ ਡਾਕਟਰ ਕੋਲੋਂ। ਆਈ ਕੈਨ ਈਟ ਐਨੀਥਿੰਗ ਆਈ ਲਾਈਕ, ਡਾਕਟਰ ਕਹਿੰਦਾ ਹੈ ਕਿ ਮੈਂ ਹੁਣ ਜੋ ਚਾਹਾਂ ਖਾ ਸਕਦਾ ਹਾਂ, ਠੀਕ ਹੈ। ਸੋ ਆਈ ਕੈਨ ਈਟ, ਇੱਥੇ ਕੈਨ ਦਰਸਾਉਂਦਾ ਹੈ ਕਿ ਡਾਕਟਰ ਵੱਲੋਂ ਪਰਮਿਸ਼ਨ ਮਿਲ ਚੁੱਕੀ ਹੈ।
फिर विल यू लाइक टू रीड दिस बुक, कि तुसी यह किताब पढ़नी पसंद करोगे। या एक थोड़ी संभावनावां दर्शावे, वुड यू लाइक टू रीड दिस बुक, भी बहुत सारी किताबां ने, कोई बंदा मंग रहा है तो यार कोई किताब दो, तो वो कहते वुड यू लाइक टू रीड दिस बुक, भी तुसी ये वाली किताब पढ़नी पसंद करोगे, है ना। भी या इस किताब बारे तुहाडा की ख्याल है, तुसी पढ़नी पसंद करोगे। तो विल यू रीड दिस बुक, कि तुसी ये किताब पढ़ोगे। ठीक है, सो दोनों का मिलवा जिहा शब्द है, ठीक है, मिलवा जिहा अर्थ है, मतलब कि विल यू लाइक टू रीड दिस बुक, वुड यू लाइक टू रीड दिस बुक, दोनों विच थोड़ा मतलब कि दोनों प्रवान ने, दोनों ठीक मन्ने जाणगे, विल भी ते वुड भी। ठीक है। वॉक केयरफुली, केयरफुली मैंने सावधानी दे नाल, ध्यान दे नाल। लेस्ट यू शुड स्प्रेन योर फुट, स्प्रेन हुंदा है मचकोड़ आ जानी, जिन्हों ਅਸੀਂ आम पंजाबी च कहते हैं मास फट गया। हड्डी नहीं टुटदी, ਉਹ ਲਿਗਾਮੈਂਟ ਜਿਹੜੀ ਹੁੰਦੀ ਹੈ ਉਹ ਖਿੱਚੀ ਜਾਂਦੀ ਹੈ, ਤੇ ਅਸੀਂ ਉਹਨੂੰ ਪੰਜਾਬੀ 'ਚ ਮਾਸ ਫਟਣਾ ਕਹਿ ਦਿੰਦੇ ਹਾਂ। ਜਦੋਂ ਸੋਜ ਜੀ ਹੋ ਜਾਂਦੀ, ਥੋੜੀ ਦਰਦ ਹੁੰਦੀ ਹੈ, ਪਰ ਫ੍ਰੈਕਚਰ ਨਹੀਂ ਹੋਇਆ ਹੁੰਦਾ। ਠੀਕ ਹੈ। ਸੋ ਵਾਕ ਕੇਅਰਫੁਲੀ, ਲੈਸਟ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ, ਜਿੱਥੇ ਲੈਸਟ ਆਵੇ ਤੇ ਸ਼ੁੱਡ ਆਉਂਦਾ ਹੈ। ਸੋ ਲੈਸਟ ਔਰ ਸ਼ੁੱਡ ਜੋੜੀਦਾਰ ਨੇ, ਜਿੱਥੇ ਲੈਸਟ ਆਏਗਾ ਵਾਕ ਕੇਅਰਫੁਲੀ, ਅਰਥਾਤ ਧਿਆਨ ਨਾਲ ਤੁਰੋ ਕਿਤੇ, ਜਿਹਦੇ ਦਾ ਨੇ ਧਿਆਨ ਨਾਲ ਤੁਰੋ ਕਿਤੇ। ਯੂ ਸ਼ੁੱਡ ਆਪਣੇ ਪੈਨ ਨੂੰ, ਆਪਣੇ ਪੈਰ ਨੂੰ ਮਚਕੋੜ ਨਾ ਲਿਓ। ਲੈਸਟ ਯੂ ਸ਼ੁੱਡ ਸਪਰੇਨ ਯੂਅਰ ਫੁੱਟ। ਠੀਕ ਹੈ। ਫਿਰ ਹੁਣ ਐਲੀਫੈਂਟ, ਹਾਥੀ। ਸੋ ਇੱਕ ਸਵਾਲ ਹੈ ਸਿੰਪਲ ਜਿਹਾ, ਕੈਨ ਯੂ ਲਿਫਟ ਦਿਸ ਐਲੀਫੈਂਟ, ਕੀ ਤੁਸੀਂ ਇਸ ਹਾਥੀ ਨੂੰ ਚੱਕ ਸਕਦੇ ਹੋ। ਇਹ ਤੇ ਬੜਾ ਮਤਲਬ ਕਿ ਸਮਰੱਥਾ ਦੀ ਗੱਲ ਹੈਗੀ ਹੈ, ਸੋ ਕੈਨ ਆਏਗਾ, ਸਿੰਪਲ ਸੀ ਹੈ। ਤੇ फिर आ गया एक्सरसाइज नंबर 11, फिल इन द ब्लैंक्स विद एप्रोप्रिएट मॉडल्स। वही सेम हैगी है इंस्ट्रक्शन कि टुकवें मॉडल्स के नाल खाली स्थान भरो। वी मे हरी, ਅਸੀਂ ਹੁਣ ਮਤਲਬ ਕਿ ਸਾਨੂੰ ਕਾਲੀ ਕਰ ਲੈਣੀ ਚਾਹੀਦੀ ਹੈ, ਮਤਲਬ ਕਿ ਇਹ ਚੋਇਸ ਸੀਗੀ ਵੀ ਮੇ ਹਰੀ, ਕਿਉਂਕਿ ਇਹਦੇ ਮੇ ਔਰ ਮਾਈਟ ਵਰਤਣਾ। ਵੀ ਮੇ ਹਰੀ, ਵੀ ਆਰ ਵੈਰੀ ਲੇਟ, ਅਸੀਂ ਪਹਿਲਾਂ ਹੀ ਬਹੁਤ ਦੇਰੀ ਨਾਲ ਹੈਗੇ ਹਾਂ। ਠੀਕ ਹੈ ਨਾ। ਜੇ ਤੇ ਮੇ ਔਰ ਮਾਈਟ ਨਾ ਹੁੰਦਾ ਫਿਰ ਅਸੀਂ ਕਹਿ ਸਕਦੇ ਸੀ ਵੀ ਮਸਟ ਹਰੀ, ਵੀ ਭਾਈ ਹੁਣ ਫਸ ਗਏ ਹਾਂ ਵੀ ਹੁਣ ਕਾਲੀ ਕਰੀਏ। ਵੀ ਸ਼ੁੱਡ ਹਰੀ ਵੀ ਹੋ ਸਕਦਾ ਸੀਗਾ, ਵੀ ਮਸਟ ਹਰੀ ਵੀ ਹੋ ਸਕਦਾ ਸੀਗਾ, ਤੇ ਮੇ ਔਰ ਮਾਈਟ ਵਿੱਚੋਂ ਤੇ ਮੇ ਆਏਗਾ। ਵੀ ਮੇ ਹਰੀ, ਅਸੀਂ ਹੁਣ ਕਾਲੀ ਕਰ ਲਈਏ, ਇਹ ਚੋਣ ਹੈ ਸਾਡੇ ਕੋਲ, ਅਸੀਂ ਹੁਣ ਕਾਲੀ ਕਰ ਲਈਏ। ਵੀ ਆਰ ਵੈਰੀ ਲੇਟ, ਵੀ ਹੁਣ ਜਿੱਦਾਂ ਹੁਣ ਢਿੱਲੇ ਮੱਠੇ ਨਾ ਕਰੀਏ, ਛੇਤੀ ਛੇਤੀ ਕਰੀਏ। ਵੀ ਮੇ ਹਰੀ, ਵੀ ਆਰ ਵੈਰੀ ਲੇਟ, ਅਸੀਂ ਪਹਿਲੀ ਬਹੁਤ ਦੇਰ ਨਾਲ ਹੈਗੇ ਹਾਂ। ਆਈ ਐਮ ਅਫਰੇਡ, ਜਦੋਂ ਇਹ ਕਹਿਣਾ ਹੋਵੇ ਨਾ ਬੱਚਿਓ ਆਈ ਐਮ ਅਫਰੇਡ, ਇਹ ਇੱਕ ਮੁਹਾਵਰਾ ਟਾਈਪ ਹੈ, ਨੋਟ ਕਰ ਲਓ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ। ਆਈ ਐਮ ਅਫਰੇਡ ਇਹ ਕਦੋਂ ਕਹੀਦਾ, ਇਹ ਤਦੋਂ ਕਹੀਦਾ ਜਦੋਂ ਮਤਲਬ ਮੈਂ ਦੂਜੀ ਬੰਦੇ ਨੂੰ ਜਿਹਨੂੰ ਗੱਲ ਕਰ ਰਿਹਾ ਹਾਂ ਉਹਦੇ ਨਾਲ ਮੈਂ ਸਹਿਮਤੀ ਨਹੀਂ ਪ੍ਰਗਟ ਕਰਨਾ ਚਾਹੁੰਦਾ, ਉਹਦੀ ਕਿਸੇ ਗੱਲ ਤੋਂ ਮੈਂ ਸਹਿਮਤ ਨਹੀਂ ਹੈਗਾ, ਤੇ ਜਦੋਂ ਮੈਂ ਅਸਹਿਮਤੀ ਪ੍ਰਗਟਾਵਾਂਗਾ ਉਹ ਇਹ ਗੱਲ ਸੁਣ ਕੇ ਖੁਸ਼ ਨਹੀਂ ਹੋਏਗਾ, ਨਾਰਾਜ਼ ਹੋਏਗਾ। ਦੂਜੀ ਗੱਲ, ਉਹਨੇ ਮੈਨੂੰ ਕੋਈ ਕੰਮ ਕਰਨ ਲਈ ਕਿਹਾ ਜਾਂ ਮੇਰੇ ਤੋਂ ਕੋਈ ਆਸ ਲੈ ਕੇ ਆਇਆ ਤੇ ਮੈਂ ਮਨਾ ਕਰ ਦਿੱਤਾ, ਔਰ ਮੈਂ ਮਨਾ ਕੀਤਾ ਤਦ ਵੀ ਮੈਂ ਵਰਤਦਾ ਆਈ ਐਮ ਅਫਰੇਡ, ਆਈ ਐਮ ਅਫਰੇਡ ਆਈ ਕੈਨ ਨਾਟ ਡੂ ਦੈਟ। ਵੀ ਜਦੋਂ ਗੱਲ ਇੱਦਾਂ ਕਹਿਣੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਨਾ ਆਈ ਐਮ ਅਫਰੇਡ, ਹੈ ਇੱਕ ਕਿਸਮ ਦਾ ਸੱਭਿਅਕ ਤਰੀਕਾ ਹੈ ਕਹਿਣ ਦਾ, ਨਾ ਕਰਨ ਦਾ। ਜਿੱਦਾਂ ਕਹਿੰਦੇ ਵੀ ਉਹਨੇ ਤੇ ਕੋਰੀ ਨਾ ਕਰ ਦਿੱਤੀ। ਸੋ ਕੋਰਾ ਨਾ ਕਰਨ ਦੀ ਬਜਾਏ ਅਸੀਂ ਇਹ ਕਹਿੰਦੇ ਆਈ ਐਮ ਅਫਰੇਡ, ਯਾਰ ਵੀ ਮੈਂ ਇਹ ਨਹੀਂ ਕਰ ਸਕਦਾ, ਮੈਂ ਤੈਨੂੰ ਪੈਸੇ ਉਧਾਰ ਨਹੀਂ ਦੇ ਸਕਦਾ, ਮੈਂ ਤੇਰਾ ਇਹ ਕੰਮ ਨਹੀਂ ਕਰ ਸਕਦਾ। ਠੀਕ ਹੈ ਨਾ। ਸੋ ਜਦੋਂ ਦੂਜੀ ਧਿਰ ਮੇਰੇ ਤੋਂ ਕਿਸੇ ਚੀਜ਼ ਦੀ ਆਸ ਰੱਖਦੀ ਹੈ ਤੇ ਮੈਂ ਕੋਈ ਗੱਲ ਐਸੀ ਕਹਿਣੀ ਹੈ ਤੇ ਉਹ ਸੁਣ ਕੇ, ਮੇਰੀ ਕਹੀ ਗੱਲ ਸੁਣ ਕੇ ਸ਼ਾਇਦ ਉਹ ਉਦਾਸ ਹੋ ਜਾਵੇ, ਨਿਰਾਸ਼ ਹੋ ਜਾਵੇ, ਜਾਂ ਨਾਰਾਜ਼ ਹੋ ਜਾਵੇ, ਜਾਂ ਗੁੱਸੇ ਆ ਜਾਵੇ, ਤਦ ਅਸੀਂ ਇਹ ਕਹੀਦਾ ਆਈ ਐਮ ਅਫਰੇਡ। ਫਿਰ ਅੱਗੇ ਕਹੀਦਾ ਆਈ ਐਮ ਅਫਰੇਡ ਟੂ ਸੇ ਦੈਟ, ਆਈ ਐਮ ਅਫਰੇਡ ਅੱਗੇ ਜਿਹੜੀ ਗੱਲ ਕਰਨੀ ਹੈ। ਸੋ ਆਈ ਐਮ ਅਫਰੇਡ ਆਈ ਸ਼ੈਲ ਨਾਟ ਟੈਲ ਯੂ ਦੈਟ ਇਟ ਇਜ਼ ਅ ਸੀਕਰੇਟ, ਵੀ ਮੈਂ ਕਹਿਣਾ ਚਾਹੁੰਦਾ ਵੀ ਮੈਂ ਮਾਫ਼ ਕਰੀ, ਆਈ ਐਮ ਅਫਰੇਡ ਦਾ ਕਿ ਮਾਫ਼ ਕਰੀ, ਵੀ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਆਈ ਸ਼ੈਲ ਨਾਟ ਟੈਲ ਯੂ ਦੈਟ, ਮੈਂ ਤੈਨੂੰ ਇਹ ਗੱਲ ਨਹੀਂ ਦੱਸਾਂਗਾ ਕਿ ਇਹ ਇੱਕ ਭੇਤ ਵਾਲੀ ਗੱਲ ਹੈ, ਵੀ ਮੈਂ ਤੇਰਾ ਸਾਂਝੀ ਨਹੀਂ ਕਰ ਸਕਦਾ। ਠੀਕ ਹੈ ਨਾ। ਸੋ ਇੱਥੇ ਇਹ ਤਾਂ ਅਸੀਂ ਵਰਤ ਰਹੇ ਹਾਂ ਆਈ ਐਮ ਅਫਰੇਡ ਹੈ, ਮੈਂ ਇਹਦੇ ਨਾਲ ਨਹੀਂ ਜੁੜਿਆ ਸੀਗਾ, ਪਰ ਕਿਉਂਕਿ ਸੈਂਟੈਂਸ ਵਿੱਚ ਆਇਆ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਆਈ ਐਮ ਅਫਰੇਡ ਉੱਥੇ ਵਰਤਿਆ ਜਾਂਦਾ ਹੈ, ਮਤਲਬ ਕਿ ਇੱਕ ਨਾ ਕਰਨ ਦਾ ਸੱਭਿਅਕ ਤਰੀਕਾ। ਸੋ ਆਈ ਸ਼ੈਲ ਨਾਟ ਟੈਲ ਯੂ ਦੈਟ ਇਟ ਇਜ਼ ਅ ਸੀਕਰੇਟ, ਮੈਂ ਤੈਨੂੰ ਨਹੀਂ ਕਹਾਂ, ਮੈਂ ਤੈਨੂੰ ਨਹੀਂ ਦੱਸਾਂਗਾ ਕਿਉਂਕਿ ਇਹ ਇੱਕ ਭੇਤ ਵਾਲੀ ਗੱਲ ਹੈ, ਸੀਕਰੇਟ ਹੈਗਾ, ਤੇ ਇਹ ਮੈਂ ਤੇਰੇ ਨਾਲ ਸਾਂਝਾ ਨਹੀਂ ਕਰ ਸਕਦਾ। ਠੀਕ ਹੈ। ਚਿਲਡਰਨ ਔਟ ਟੂ, ਹੁਣ ਇੱਥੇ ਟੂ ਪਹਿਲੇ ਹੀ ਸੀਗਾ, ਸੋ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਕਿ ਜਿੱਥੇ ਟੂ ਹੋਵੇ ਤੇ ਉਹਦੇ ਪਹਿਲੇ ਔਟ ਆਉਂਦਾ ਹੈ। ਸੋ ਚਿਲਡਰਨ ਔਟ ਟੂ ਓਬੇ ਦੇਅਰ ਪੇਰੈਂਟਸ, ਜੇ ਔਟ ਟੂ ਦੀ ਥਾਂ ਲਿਖਣਾ ਹੋਵੇ ਤੇ ਫਿਰ ਮੈਂ ਲਿਖ ਸਕਦਾ ਸ਼ੁੱਡ, ਚਿਲਡਰਨ ਸ਼ੁੱਡ ਓਬੇ ਦੇਅਰ ਪੇਰੈਂਟਸ, ਤੇ ਇੱਥੇ ਹੈਗਾ ਚਿਲਡਰਨ ਔਟ ਟੂ ਓਬੇ ਦੇਅਰ ਪੇਰੈਂਟਸ।
ਅਰਥਾਤ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਓਬੇ ਹੁੰਦਾ ਹੈ ਕਹਿਣਾ ਮੰਨਣਾ, ਠੀਕ ਹੈ। ਫਿਰ ਆ ਗਿਆ ਮੇ ਆਈ ਬੋਰੋ ਯੋਰ ਪੈਨ ਫॉर ਅ ਮਿੰਟ, ਕੀ ਮੈਂ ਤੁਹਾਡਾ 1 ਮਿੰਟ ਲਈ ਪੈਨ ਉਧਾਰ ਲੈ ਸਕਦਾ। ਸੋ ਇਹ ਮੇ ਹੀ ਆਉਂਦਾ, ਇਹ ਸਤਿਕਾਰ ਵਜੋਂ ਰਿਕੁਐਸਟ ਕਰਨੀ ਹੋਵੇ, ਕਿਸੇ ਦੀ ਚੀਜ਼ ਵਰਤਣੀ ਹੋਵੇ, ਉਧਾਰ ਲੈਣੀ ਹੋਵੇ। ਮੇ ਆਈ ਬੋਰੋ ਯੋਰ ਬਾਈਸਾਈਕਲ, ਮੇ ਆਈ ਮੇਕ ਅ ਕਾਲ ਫਰੋਮ ਯੋਰ ਮੋਬਾਈਲ, ਕਿ ਤੁਹਾਡੇ ਮੋਬਾਈਲ ਤੋਂ ਮੈਂ ਕਾਲ ਕਰ ਲਵਾਂ। ਸੋ ਜਦੋਂ ਇੱਦਾਂ ਕਿਸੇ ਨੂੰ ਪੁੱਛਣਾ ਹੋਵੇ ਵੀ ਭਾਜੀ ਤੁਹਾਡਾ ਪੈਨ ਲੈ ਸਕਦਾ ਮੈਂ 1 ਮਿੰਟ ਲਈ, ਤੇ ਤਾਂ ਅਸੀਂ ਇੱਦਾਂ ਬੋਲਦੇ ਹਾਂ ਮੇ ਆਈ ਬੋਰੋ ਯੋਰ ਪੈਨ ਫॉर ਅ ਮਿੰਟ। ਸੋ ਸਤਿਕਾਰ ਵਜੋਂ ਜਦੋਂ ਰਿਕੁਐਸਟ ਕਰਨੀ ਹੋਵੇ ਕਿਸੇ ਕੋਲੋਂ ਕੋਈ ਚੀਜ਼, ਤੇ ਅਸੀਂ ਇੱਦਾਂ ਮੇ ਬੋਲਦੇ ਹਾਂ, ਠੀਕ ਹੈ। ਫਿਰ ਦੇਖੋ ਫਿਰ ਟੂ ਆ ਗਿਆ, ਵੀ ought to live like brothers, ਇਹਦੇ ਸ਼ੁੱਡ ਹੀ ਪਾਇਆ ਉਹਨੇ। ਜੇ ਸ਼ੁੱਡ ਹੁੰਦਾ ਤੇ ਜੇ ਸ਼ੁੱਡ ਪਾਉਣਾ ਹੁੰਦਾ ਇੱਥੇ ਟੂ ਨਹੀਂ ਆਉਣਾ ਸੀਗਾ। ਫਿਰ ਮੈਂ ਵੀ ਸ਼ੁੱਡ ਲਿਵ ਲਾਈਕ ਬ੍ਰਦਰਸ ਵੀ ਕਹਿ ਸਕਦਾ, ਤੇ ਵੀ ought to live like brothers, ਸਾਨੂੰ ਭਰਾਵਾਂ ਵਾਂਗ ਰਹਿਣਾ ਚਾਹੀਦਾ ਹੈ, ਠੀਕ ਹੈ। ਵੀ ought to live like brothers, ਸਾਨੂੰ ਭਰਾਵਾਂ ਵਾਂਗ ਰਹਿਣਾ ਚਾਹੀਦਾ ਹੈ। ਫਿਰ ਆ ਗਿਆ I can type 80 words in a minute, ਟਾਈਪਰਾਈਟਰ ਜਿਹੜਾ ਹੁੰਦਾ ਹੈ 80 words 80 ਸ਼ਬਦ ਮੈਂ ਟਾਈਪ ਕਰ ਸਕਦਾ 1 ਮਿੰਟ ਦੇ ਵਿੱਚ। ਇਹ ਕੀ ਹੈ, ਮੇਰੀ ਸਮਰੱਥਾ ਹੈ। ਸੋ ਸਮਰੱਥਾ ਦਰਸਾਉਣ ਲਈ ਅਸੀਂ ਕੈਨ ਵਰਤਦੇ ਹਾਂ I can type 80 words in a minute, ਅਰਥਾਤ ਮੈਂ 1 ਮਿੰਟ ਵਿੱਚ 80 ਸ਼ਬਦ ਟਾਈਪ ਕਰ ਸਕਦਾ ਹਾਂ, ਠੀਕ ਹੈ। ਫਿਰ ਆ ਗਿਆ ਕੁਡ ਤੇ ਹੋ ਨਹੀਂ ਸਕਦਾ, ਸੋ ਮਾਈਟ, ਇਟ ਮਾਈਟ ਰੇਨ ਟੂਡੇ, ਅੱਜ ਸ਼ਾਇਦ ਮੀਂਹ ਪੈ ਜਾਵੇ, ਸ਼ਾਇਦ ਅੱਜ ਮੀਂਹ ਪਏਗਾ, ਠੀਕ ਹੈ। ਸੋ ਇੱਥੇ ਕੁਡ ਤੇ ਆ ਹੀ ਨਹੀਂ ਸਕਦਾ ਸੀਗਾ, ਸੋ ਕੱਲਾ ਮਾਈਟ ਹੈਗਾ ਹੈ, ਤੇ ਵੈਸੇ ਮੇ ਵੀ ਆ ਸਕਦਾ ਹੈ ਪਰ ਮੇ ਦੀ ਚੋਣ ਹੈ ਨਹੀਂ। ਸੋ ਅਸੀਂ ਇਟ ਮਾਈਟ ਰੇਨ ਟੂਡੇ, ਸ਼ਾਇਦ ਅੱਜ ਮੀਂਹ ਪੈ ਜਾਵੇ। ਫਿਰ ਆ ਗਿਆ ਹੀ ਕੁਡ ਨਾਟ ਗੋ ਹੋਮ ਨਾਓ, ਹੀ ਥੋਟ। ਹੁਣ ਦੇਖੋ ਇੱਥੇ ਕੈਨ ਔਰ ਕੁਡ, ਹੁਣ ਕੁਡ ਕੀ ਹੈ ਬੱਚੋ, ਕੈਨ ਦੀ ਪਾਸਟ ਫਾਰਮ ਵੀ ਹੈਗੀ ਹੈ। ਸੋ ਇੱਥੇ ਕੀ ਹੈਗਾ, ਹੀ ਥੋਟ, ਇੱਥੋਂ ਮੈਨੂੰ ਹਿੰਟ ਮਿਲ ਗਈ, ਉਹਨੇ ਸੋਚਿਆ ਕਿ ਉਹ ਹੁਣ ਘਰ ਨਹੀਂ ਜਾ ਸਕਦਾ ਸੀ, ਠੀਕ ਹੈ ਨਾ। ਹੀ ਕੁਡ ਨਾਟ, ਇਹ ਥੋਟ ਕਰਕੇ ਇੱਥੇ ਕੁਡ ਆ ਗਿਆ, ਹੀ ਕੁਡ ਨਾਟ ਗੋ ਹੋਮ ਨਾਓ, ਹੀ ਥੋਟ, ਠੀਕ ਹੈ। ਫਿਰ ਆ ਗਿਆ ਹੀ ਡੇਅਰ ਨਾਟ ਇਨਸਲਟ ਮੀ, ਇਹ ਡੇਅਰ ਬੱਚੇ ਉੱਥੇ ਵਰਤਿਆ ਜਾਂਦਾ ਜਦੋਂ ਕੋਈ ਡੇਅਰਿੰਗ ਵਾਲਾ ਕੰਮ ਹੁੰਦਾ ਨਾ, ਵੀ ਜਿੱਦਾਂ ਰਿਸਕ ਲੈ ਕੇ ਕੰਮ ਕਰਨਾ। ਹੁਣ ਇਹਦਾ ਮਤਲਬ ਹੈ ਡੇਅਰ, ਇਹ ਯਾਦ ਰੱਖਣਾ ਡੇਅਰ ਦੇ ਨਾਲ ਜਾਂ ਕੋਈ ਵੀ ਜਿਹੜੇ ਬੱਚੇ ਉਹ ਮਾਡਲ ਹੈਗੇ ਨੇ ਉਹਨਾਂ ਦੇ ਨਾਲ ਹੀ ਸ਼ੀ ਦੇ ਨਾਲ ਐਸ ਨਹੀਂ ਆਉਂਦਾ ਅੱਗੇ, ਜਿੱਦਾਂ ਆਉਂਦਾ ਨਾ ਹੀ ਡਜ਼ ਨਾਟ, ਹੀ ਸਲੀਪਸ, ਹੀ ਈਟਸ, ਹੀ ਵਾਕਸ, ਪਰ ਡੇਅਰ ਦੇ ਨਾਲ ਐਸ ਨਹੀਂ ਆਏਗਾ ਕਦੀ ਵੀ। ਹੁਣ ਦੇਖੋ ਹੀ ਇਕੱਲਾ ਹੈਗਾ, ਇਹ ਵਰਬ ਹੈਗੀ ਹੈ, ਮਾਡਲ ਵਰਬ ਹੈ ਡੇਅਰ। ਸੋ ਇਹਦਾ ਮਤਲਬ ਕਿ ਹੀ ਡੇਅਰ ਨਾਟ ਇਨਸਲਟ ਮੀ, ਅਰਥਾਤ ਉਹ 'ਚ ਹਿੰਮਤ ਨਹੀਂ ਮੇਰੀ ਬੇਇੱਜ਼ਤੀ ਕਰ ਸਕੇ। ਹੀ ਡੇਅਰ ਨਾਟ ਇਨਸਲਟ ਮੀ, ਅਰਥਾਤ ਉਹ 'ਚ ਇੰਨੀ ਹਿੰਮਤ ਨਹੀਂ ਕਿ ਮੇਰੀ ਬੇਇੱਜ਼ਤੀ ਕਰ ਸਕੇ ਜਾਂ ਮੇਰੀ ਬੇਇੱਜ਼ਤੀ ਕਰੇ। ਉਹ 'ਚ ਉਹਦਾ ਉਹ 'ਚ ਇੰਨਾ ਗੁਰਦਾ ਨਹੀਂ, ਉਹ 'ਚ ਇੰਨਾ ਜਿਗਰਾ ਨਹੀਂ ਕਿ ਮੇਰੀ ਬੇਇੱਜ਼ਤੀ ਕਰ ਲਏ, ਜਿੱਦਾਂ ਕਿ ਹੀ ਡੇਅਰ ਨਾਟ ਇਨਸਲਟ ਮੀ। ਫਿਰ ਅਗਰ ਹੀ ਯੂਜ਼ ਟੂ ਪਲੇ ਕ੍ਰਿਕਟ ਇਨ ਹਿਜ਼ ਚਾਈਲਡਹੁੱਡ, ਹੁਣ ਯੂਜ਼ ਟੂ ਹੁੰਦਾ ਬੱਚੋ ਉਹ ਕੰਮ ਕਰਦਾ ਸੀ। ਯੂਜ਼ ਟੂ ਅਸੀਂ ਤਾਂ ਕਹਿੰਦੇ ਹਾਂ ਜਦੋਂ ਬੀਤੇ ਦੀ ਗੱਲ ਹੈ, ਬੀਤੇ ਵਿੱਚ ਇਹ ਕੰਮ ਕੀਤਾ ਜਾਂਦਾ ਸੀ। ਹੁਣ ਹੈਗਾ ਚਾਈਲਡਹੁੱਡ, ਚਾਈਲਡਹੁੱਡ ਮੈਨੇ ਬਚਪਨ, ਕਹਿੰਦੇ ਹੀ ਯੂਜ਼ ਟੂ ਪਲੇ ਕ੍ਰਿਕਟ ਇਨ ਹਿਜ਼ ਚਾਈਲਡਹੁੱਡ, ਅਰਥਾਤ ਉਹ ਆਪਣੇ ਬਚਪਨ ਦੇ ਵਿੱਚ ਜਦੋਂ ਜਵਾਕ ਸੀ ਤਾਂ ਉਹ ਕ੍ਰਿਕਟ ਖੇਡਦਾ ਹੁੰਦਾ ਸੀ, ਯੂਜ਼ਡ ਟੂ, ਠੀਕ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਦੋ ਐਕਸਰਸਾਈਜ਼, ਐਕਸਰਸਾਈਜ਼ ਨੰਬਰ 10 ਐਂਡ 11। ਸੋ ਤੁਸੀਂ ਇਸੇ ਤਰ੍ਹਾਂ ਅਨੁਸ਼ਾਸਨ ਨਾਲ, ਲਗਨ ਨਾਲ, ਨਿਰੰਤਰਤਾ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਥੈਂਕ ਯੂ ਵੈਰੀ ਮਚ।